चीफ खालसा दीवान के पूर्व प्रधान चरणजीत सिंह चड्ढा और उनके बेटे इंद्रप्रीत सिंह चड्ढा के परिवार पर करोड़ों रुपए की धोखाधड़ी के आरोप लगे हैं। आरोप लगाने वाला नॉर्वे का रहने वाला एनआरआई बलजिंदर सिंह है। अमृतसर में प्रेस कॉन्फ्रेंस के दौरान बलजिंदर सिंह ने बताया कि इंद्रप्रीत सिंह के बेटे हरप्रीत सिंह चड्ढा, प्रभप्रीत सिंह चड्ढा, अंगद और इंद्रजीत कौर चड्ढा द्वारा उन्हें होटल में पार्टनरशिप के लिए कहा गया। वे इसके लिए सहमत हो गए। उनसे अलग अलग तरीक पर लगभग 6 करोड़ रुपए लिए गए, मगर ना तो उन्हें होटल में कोई पार्टनरशिप दी गई और ना ही कोई शेयर दिए गए। उन्होंने इस बारे कई बार पुलिस में शिकायत की, मगर उन्हें इंसाफ नहीं मिला। उल्टा जान से मारने की धमकियां मिल रही हैं। दूसरी तरफ प्रभप्रीत सिंह चड्ढा उर्फ अंगद का कहना है कि उन पर लगे आरोप सभी झूठे हैं। बलजिंदर सिंह द्वारा अपनी पार्टनरशिप और अपने हिस्से का प्रॉफिट लगातार उनसे लिया गया है। उनके पास बलजिंदर सिंह के हस्ताक्षर किए हुए वाउचर पड़े हुए हैं। बलजिंदर सिंह ने दरबार साहिब के नज़दीक होटल लिया था, उसमें उन्हें काफ़ी नुकसान हुआ। बाद में उन्होंने इस्लामाबाद इलाके में शराब के ठेके लिए, वहाँ पर भी उन्हें काफ़ी नुकसान हुआ था। अपने इस नुकसान को उनसे भरने के लिए झूठी शिकायतें की जा रही हैं। खबर आज तक से कुलदीप कुमार की खास रिपोर्ट। नार्वे तो इंडिया आया सी 2012 ਦੇ ਵਿੱਚ 12 ਚ ਜਦੋਂ ਮੈਂ ਇੱਥੇ ਆਇਆ ਤੇ ਮੈਨੂੰ ਆਪਣਾ ਪਿੰਡ ਘਰ ਬਣਾਇਆ। ਮੈਂ ਜੋ ਛੋਟਾ ਸੀ ਨਾ, ਮੇਰੀ ਛੋਟੇ ਹੁੰਦੇ ਦੀ ਮਦਰ ਦੀ ਡੈਥ ਹੋ ਗਈ ਸੀ ਤੇ ਮੈਂ ਉਹ ਮਦਰ ਦੇ ਨਾਂ ਤੇ ਘਰ ਬਣਾਇਆ ਤਾਂ ਕਿ ਮੈਂ ਆਪਣੀ ਮਦਰ ਨੂੰ ਜਿੰਦਾ ਰੱਖ ਸਕਾਂ। ਘਰ ਬਣਾਉਣ ਤੋਂ ਲੋਕਾਂ ਮੈਨੂੰ ਕਾਫੀ ਮੇਰੇ ਦੋਸਤਾਂ ਨੇ ਸਲਾਹ ਤੁਸੀਂ ਵੈਪਨ ਲੈ ਲਓ ਜੀ, ਵੈਪਨ ਲੈ ਲਓ। ਉਹ ਵੈਪਨ ਦਾ ਲਾਇਸੈਂਸ ਬਣਾਉਣ ਵਾਸਤੇ ਮੈਂ ਡੀਸੀ ਆਫਿਸ ਗਿਆ ਗੁਰਦਾਸਪੁਰ ਤੇ ਉੱਥੇ ਮੇਰੇ ਇੱਕ ਦੋਸਤ ਨੇ, ਉਹਨਾਂ ਦੀ ਭਤੀਜੀ ਸਰਦਾਰ ਇੰਦਰਪ੍ਰੀਤ ਚੱਢਾ ਦੀ ਪਾਰਟਨਰ ਸੀ ਤੇ ਉਹਨਾਂ ਨੇ ਮੈਨੂੰ ਸਰਦਾਰ ਇੰਦਰਪ੍ਰੀਤ ਸਿੰਘ ਚੱਢਾ ਦੇ ਨਾਲ ਮਿਲਾਇਆ। ਚੱਢਾ ਨਾਲ ਮਿਲਾਇਆ ਤੇ ਚੱਢਾ ਨੇ ਸਰਦਾਰ ਇੰਦਰਪ੍ਰੀਤ ਚੱਢਾ ਨੇ ਮੇਰੀ ਡੀਸੀ ਨੂੰ ਸਿਫਾਰਿਸ਼ ਕੀਤੀ ਕਿ ਇਹਨਾਂ ਦਾ ਲਾਇਸੈਂਸ ਬਣਾ ਦਿੱਤਾ ਜਾ। ਮੇਰਾ ਲਾਇਸੈਂਸ ਬਣ ਗਿਆ। ਉਸ ਤੋਂ ਬਾਅਦ ਇੰਦਰਪ੍ਰੀਤ ਚੱਢਾ ਮੇਰੇ ਘਰ ਆ ਗਏ। ਘਰ ਆਣ ਕੇ 3 ਘੰਟੇ ਬੈਠੇ ਰਹੇ, ਚਾਹ ਪਿਆਲੀ, ਉਹਨਾਂ ਨੂੰ ਜੋ ਅਸੀਂ ਸੇਵਾ ਕਰ ਸਕਦੇ ਸੇਵਾ ਕੀਤੀ। ਉਸ ਤੋਂ 2 ਦਿਨ ਬਾਅਦ ਮੈਨੂੰ ਕਹਿੰਦੇ ਕਿ ਤੁਸੀਂ ਸਾਡੇ ਹੋਟਲ HK ਕਲਰਕ ਜਿਹੜਾ ਅੰਮ੍ਰਿਤਸਰ ਆ, ਤੁਸੀਂ ਉੱਥੇ ਸਾਨੂੰ ਆਣ ਕੇ ਮਿਲੋ। ਮੇਰੇ ਵੀਰੋ, ਮੈਂ ਉੱਥੇ ਆਇਆ, ਮੇਰੇ ਨਾਲ ਮੇਰਾ ਦੋਸਤ ਮਲਕੀਤ ਸਿੰਘ ਜੀ, ਦੋਨੇ ਆਏ। ਸਭ ਦੋਨਾਂ ਨੂੰ ਆਣ ਕੇ ਕਹਿੰਦੇ ਕਿ ਮੈਨੂੰ ਕਹਿੰਦੇ ਕਿ ਤੁਸੀਂ ਕੋਈ ਬਿਜ਼ਨਸ ਕਰਨਾ ਤੇ ਜੇ ਤੁਸੀਂ ਬਿਜ਼ਨਸ ਕਰਨਾ ਤਾਂ ਮੈਂ ਮੇਰਾ ਕੋਈ ਇਰਾਦਾ ਇੱਥੇ ਬਿਜ਼ਨਸ ਕਰਨ ਦਾ ਨਹੀਂ ਹੈਗਾ। ਮੇਰੀ ਉਮਰ ਕਾਫੀ ਹੋ ਗਈ ਆ ਤੇ ਮੈਂ ਦੁਨੀਆ ਜਿਹੜੀ ਬਾਕੀ ਰਹਿੰਦੀ ਮੇਰੀ ਉਮਰ ਆ, ਮੈਂ ਲੋਕਾਂ ਦੀ ਸੇਵਾ ਵਿੱਚ ਗੁਜ਼ਾਰਨਾ ਚਾਹੁੰਦਾ। ਨਹੀਂ ਕਹਿੰਦੇ ਜੀ ਤੁਸੀਂ ਬਿਜ਼ਨਸ ਕਰੋ, ਬਿਜ਼ਨਸ ਦੀ ਕੋਈ ਪ੍ਰੋਬਲਮ ਨਹੀਂ। ਇੱਥੇ ਆ ਗਈ ਇਹਨਾਂ ਨੇ ਮੈਨੂੰ ਕਿਹਾ ਕਿ ਇੱਥੇ ਸਾਡਾ ਹੋਟਲ ਬਣ ਰਿਹਾ ਹੰਬਰ ਹੋਟਲ, ਉਹਦੇ ਵਿੱਚ ਤੁਸੀਂ ਪਾਰਟਨਰ ਬਣ ਜਾਓ। ਇੱਕ ਸਾਡਾ ਹੋਟਲ ਜਲੰਧਰ ਬਣ ਰਿਹਾ ਬਲੂ ਮਾਸਟਰ, ਉਹਦੇ ਵਿੱਚ ਤੁਸੀਂ ਸਾਡੇ ਪਾਰਟਨਰ ਬਣ ਜਾਓ, ਅਸੀਂ ਤੁਹਾਨੂੰ ਹਿੱਸਾ ਦੇ ਦਿੰਦੇ ਹਾਂ। ਇਸ ਤਰ੍ਹਾਂ ਗੱਲ ਥੋੜ੍ਹੇ ਇੱਕ 10 ਦਿਨ ਗੱਲ ਚੱਲਦੀ ਰਹੀ। 10 ਦਿਨਾਂ ਬਾਅਦ ਮੈਂ ਇਹਨਾਂ ਨੂੰ ਹਾਂ ਕਰਤੀ, ਠੀਕ ਹੈ ਮੈਂ ਤੁਹਾਡਾ ਪਾਰਟਨਰ ਬਣ ਜਾਂਦਾ, ਮੈਂ ਪੈਸੇ ਇਨਵੈਸਟ ਕਰ ਦਿੰਦਾ। ਮੇਰੇ ਪਾਸ ਜਿੰਨਾ ਵੀ ਜੋ ਪੈਸਾ ਸੀ ਵਾਈਟ ਮਨੀ ਸੀ, ਬੈਂਕ ਦੇ ਵਿੱਚ ਮੈਂ ਸਾਡੀਆਂ FDਆਂ ਬਣੀਆਂ ਸੀਗੀਆਂ, ਮੇਰੇ ਤੇ ਮੇਰੀ ਵਾਈਫ ਦੇ ਨਾਂ 'ਤੇ ਸੀਗੀਆਂ। ਵਾਈਫ ਕੋਲ ਮੈਂ ਸਾਈਨ ਕਰਾ ਕੇ ਉਹ ਸਾਰੇ ਪੈਸੇ ਕਢਾ ਕੇ ਮੈਂ ਇਹਨਾਂ ਨੂੰ ਬੈਂਕ ਤੋਂ ਦਿੱਤੇ ਆ। ਉਹ ਸਾਰੇ ਪੈਸੇ ਬੈਂਕ ਤੋਂ ਇਹਨਾਂ ਦੇ ਅਕਾਊਂਟ 'ਚ ਟ੍ਰਾਂਸਫਰ ਹੋਏ ਆ। ਕੋਈ 2 ਨੰਬਰ ਦਾ ਕੋਈ ਪੈਸਾ ਨਹੀਂ ਹੈਗਾ, ਵਾਈਟ ਮਨੀ ਹੈ। ਜਿੰਨਾ ਵੀ ਪੈਸਾ ਦਿੱਤਾ ਸਾਰਾ ਇਹਨਾਂ ਨੂੰ ਵਾਈਟ ਮਨੀ ਦਿੱਤੀ। ਇਹਨਾਂ ਨੇ ਮੇਰੇ ਨਾਲ ਅਨਮੋਲ ਸਿੰਘ, ਜੋ ਇੰਦਰਪ੍ਰੀਤ ਦਾ ਵੱਡਾ ਲੜਕਾ ਹੈ, ਹਰਪ੍ਰੀਤ ਸਿੰਘ ਚੱਢਾ, ਉਹਨੇ ਮੇਰੇ ਨਾਲ ਇੱਕ MOU ਲਿਖਿਆ। ਇਹਦੀ ਕਾਪੀ ਮੈਂ ਤੁਹਾਨੂੰ ਸਾਰਿਆਂ ਨੂੰ ਦੇਖੀ ਆ। ਉਹਦੇ ਵਿੱਚ ਲਿਖਿਆ ਪਿਆ ਸਾਰਾ ਕੁਛ ਕਿ ਮੇਰੇ ਕੋਲ ਇਹ 60 ਮੈਂ ਇਹਨਾਂ ਨੂੰ 60,000 ਰੁਪਇਆ ਦੇਵਾਂਗਾ। ਇਹ ਉਹਦੀ ਕਾਪੀ ਆ, ਤੁਹਾਡੇ ਸਾਰਿਆਂ ਨੂੰ ਕਾਪੀ ਮਿਲ ਚੁੱਕੀ ਹੈ। ਇਹਦੇ ਵਿੱਚ ਲਿਖਿਆ ਹੈ ਕਿ ਮੈਂ ਇਹਨਾਂ ਨੂੰ 60,000 ਰੁਪਇਆ ਦੇਵਾਂਗਾ। ਇਹ ਮੈਨੂੰ 20% ਹੰਬਲ ਹੌਸਪਿਟੈਲਿਟੀ ਪੰਜਾਬ ਪ੍ਰਾਈਵੇਟ ਲਿਮਟਿਡ ਦੇ 20% ਸ਼ੇਅਰ ਦੇਣਗੇ। ਲੇਕਿਨ ਇਹਨਾਂ ਨੇ ਮੇਰੇ ਤੋਂ 3 ਕਰੋੜ ਰੁਪਇਆ ਲਿਆ ਹੋਟਲ ਵਿੱਚ। ਉਹ 14 ਦੀ, 15 ਦੀ, 16 ਦੀ, 17 ਦੀ, 18 ਦੀ, 19 ਦੀ, 20 ਦੀ, 21 ਦੀ, 22 ਦੀ ਰਿਟਰਨ ਵਿੱਚ ਖਲੋਤਾ। ਮੇਰਾ ਸਿਰਫ ਇਹਨਾਂ ਨੇ ਲੋਨ ਖੜਾ ਕਰ ਦਿੱਤਾ। ਅੱਜ ਤੱਕ ਮੈਨੂੰ ਇੱਕ ਸ਼ੇਅਰ ਨਹੀਂ ਦਿੱਤਾ। ਕਿੰਨਾ ਵੱਡਾ ਧੋਖਾ। 10 ਸਾਲ ਤੱਕ ਹੋ ਗਏ, ਲੋਨ ਲੈ ਲਿਆ, ਲੋਨ ਖੜਾ ਕਰਤਾ ਇਨਵਰਟਰ ਦੇ ਵਿੱਚ, ਲੇਕਿਨ ਸ਼ੇਅਰ ਇੱਕ ਨਹੀਂ ਦਿੱਤਾ।
इस तो वड्डा होर धोखा भी हो सकता। फिर अनमोल ने मेरे को 43,000 रुपया लिया, 43 लाख रुपया लिया कि तुसीं मैनूं पैसे दो, मैं भी तुहानूं पैसे, मैं तुहाडा बिजनेस चल रहा, वो बिजनेस तुहाडे पैसे लैके तुहानूं पैसे रिटर्न देऊँगा। मैं ठीक, तुसीं भी लै लो। इन्हों भी मैं बैंक चों कढा के पैसे दिते, लेकिन अज तक उन्हें मैनूं कुछ नहीं बोलिया। उस तो बाद इन्होंने इंद्रप्रीत पता अनमोल ने मैंने कहा कि साडी कंपनी आ एक हंबल ऊना प्राइवेट लिमिटेड इंडिया, वो साढ़े को 38 होटल आ, वो थले काम करते हैं, तुम साढ़े पार्टनर बन जाओ, तुम 50 लाख रुपया उस कंपनी में भेजो, असी तुम 25% शेयर दे देंगे। मेरे वीरों, मैंने 50 लाख कुछ भी भेजे, लेकिन जो मैंने पेपर जो खोलिया, इन्होंने वो दसिया तो मैनू हंबल ऊना प्राइवेट लिमिटेड इंडिया सी, लेकिन वो पैसा मेरे को हंबल लैंड कंसोलिडेट प्राइवेट लिमिटेड में लिया। बैंक तो बैंक 24/3/2014 में मेरे अकाउंट में पैसा ट्रांसफर होया, इन्हों के अकाउंट में पैसा ट्रांसफर होया, वो भी इन्हों की रिटर्न के मेरा लोन खड़ा किया। लोन खड़ा करके जो मैं पैसा जमा कराया, उस थोड़े दिन ही बाद इंद्रप्रीत सिंह चड्ढा ते एक उहदा दोस्त इंदर सिंह संधू दे नाल, दोनों के एक दे नाम 25 लाख, एक दे नाम 26 लाख कंपनी जो पैसा कढ़ा के लाया। रिकॉर्ड तुहाडे सारे सामने है। ये उतों वो भी रिटर्न में खलोता, अज तक उचों मैनूं एक पैसा इन्होंने वापस नहीं किया। फिर आ गया अंगत सर प्रभप्रीत सिंह जी चड्ढा। प्रभप्रीत सिंह चड्ढा ने 2015 में मेरे नाल कंपनी बनाई हंबल फूड क्राफ्ट। वो मैं आपको दिखा दा, वो कप रूप है सर, ये लिखा अभी 2 पार्टनर होवांगे, साडा 50% शेयर होएगा जी। वो साढ़े लागे होटल लागे ग्रैंड मिलेनियम सी, उन्होंने बनाया जाऊगा। तो वो ग्रैंड ये भी कंपनी इन्होंने कदे रजिस्टर नहीं की। 77 लाख मेरे को लै लिया, ग्रैंड मिलेनियम बना लिया। ग्रैंड मिलेनियम बना के वो भी मैनू अज तक एक पैसा, जब मैं पैसे बारे पुछदा सी ना, तुसीं वेट करो, आ हो लैण दो, सानू आ लैण दो, साडी जमीन विक लैण दो, सानू आ कर लैण दो, तुहाडे पैसे सारे वापस कर देने। लेकिन अज तक कोई पैसा वापस नहीं किया। वो ग्रैंड मिलेनियम बन लिया भी, जिन्हों को लिया वा 3.5 साल हो गया, उन्होंने भी कोई किराया नहीं दिता। उन्होंने भी केस कोर्ट में केस चलन दिया, वो भी स्टे लिया के बैठा कि मैं एक खाली नहीं करना, इतने कब्जा करना। नाल एक पार्किंग आ, पार्किंग भी इहो लड़ाई उत्थे पई आ कि मैं पार्किंग छड्डनी नहीं हैगी, इतने कब्जा करना, वो भी स्टे लिया के बैठा। मेरे वीरों, इन्होंने मैं 27 सितंबर 2022 को NRI कमीशन के केस फाइल किया। वो केस का नंबर है वा 23/97/163। वो केस पहला गुरदासपुर आया, गुरदासपुर तो फिर अमृतसर आया, फिर गुरदासपुर गया, फिर अमृतसर गया, फिर गुरदासपुर गया, फिर अमृतसर गया। मैं इस तरह चक्कर करता हुण वो केस इतने वालिया साहब से लगा। मैनू पुलिस से पूरा भरोसा, मैनू किसी का कोई मेरा वैर नहीं, कोई विरोध नहीं, पर मैनू अज तक कोई इंसाफ नहीं मिल रहा। जी मैं फिर भी कहन लगा कि जे मेरे एक इन्ह गल्लां जो मैं तुहानूं दसियां, इन्ह गल्लां दे विच कोई एक गल भी गलत होए तो मैं उसका जिम्मेवार। जिथे मर्जी बिठा के, जिथे मर्जी प्रेस कॉन्फ्रेंस करके मैनू सद लैण, मैं उत्थे आण के उन्होंने जवाब देने को तैयार। बार-बार जिक्र कर रहे हो हंबल ऊना दी कंपनी, हाँ की ये ਉਹਦੇ मालक सी कि ਉਹ ਵੀ ਕੋਈ ਹੋਰ ਸੀ? ਉਹਦੇ ਵਿੱਚ ਇਹ 50% ਦੇ ਇਹ ਸੀਗੇ ਤੇ 50% ਦਾ ਇੱਕ ਆਦਮੀ ਦਿੱਲੀ ਦਾ ਸੀਗਾ, ਉਹ ਮਾਲਕ ਸੀ। ਲੇਕਿਨ ਉਹ 'ਚ ਮੈਨੂੰ ਕੁਝ ਦਿੱਤਾ ਹੀ ਨਹੀਂ ਇਹਨਾਂ ਨੇ। ਮੈਨੂੰ ਸਿਰਫ ਹਵਾ ਦੇ ਵਿੱਚ ਮੈਨੂੰ ਹਵਾ 'ਚ ਕਿਹਾ ਕਿ ਤੁਸੀਂ ਉਹਦੇ ਹਿੱਸੇਦਾਰ ਬਣ ਜਾਓ, ਲੇਕਿਨ ਪੈਸੇ ਮੇਰੇ ਹੰਬਲ ਲੈਂਡ ਕੰਸੋਲੀਡੇਟ 'ਚ ਲੈ ਦੇਣੇ। ਉਹਦੀ ਰਿਟਰਨ ਦੇ ਵਿੱਚ ਵੀ ਤੇ ਪੈਸੇ ਖਲੋਤੇ ਆ। ਤੁਸੀਂ ਹੁਣ ਤੱਕ ਕਿੰਨੇ ਪੈਸੇ ਦਿੱਤੇ ਤੇ ਉਸ ਦਾ ਡਿਮਾਂਡ ਕੀ ਹੈ? ਇੱਕ ਮਿੰਟ ਆ ਦੇਖੋ, ਉਹਦੇ ਵਿੱਚ ਵੀ ਜਿਹੜਾ ਉਹਦੇ ਵਿੱਚ ਅਨਮੋਲ ਆ ਤੇ ਅਨਮੋਲ ਦੀ ਮਦਰ ਸਾਈਨ ਕਰਦੀ ਆ ਇੰਦਰਜੀਤ ਕੌਰ ਬੇਟਾ। ਇਸੇ ਵਾਸਤੇ ਮੈਂ 3 ਆਦਮੀਆਂ ਦੇ ਕੇਸ ਕੀਤਾ ਵਾ
ਹਰਪ੍ਰੀਤ ਸਿੰਘ ਅਨਮੋਲ ਤੇ ਪ੍ਰਭਪ੍ਰੀਤ ਸਿੰਘ ਚੱਡਾ ਤੇ ਇੰਦਰਜੀਤ ਕੌਰ ਤੇ। ਜਦ ਕਿ ਸਾਈਨ ਕਰਕੇ ਇਹਨਾਂ ਨੂੰ ਪਤਾ ਕਿ ਮੇਰੇ ਪੈਸੇ ਇਹਨਾਂ ਨੇ ਲਏ ਆ, ਉਹ ਮੇਰੇ ਪੈਸੇ ਮੇਰੀ ਡਿਮਾਂਡ ਸਿਰਫ ਇਹੀ ਆ ਕਿ ਮੈਨੂੰ ਇਨਸਾਫ ਦਿਵਾਇਆ ਜਾਏ। ਮੈਂ ਇੱਕ ਗਰੀਬ ਆਦਮੀ ਆ, ਸਾਰੀ ਜ਼ਿੰਦਗੀ ਦੀ ਮੇਰੀ ਕਮਾਈ ਆ, ਜੋ ਇਹਨਾਂ ਨੇ ਲੁੱਟੀ ਜੇ ਧੋਖੇ ਨਾਲ ਮੈਥੋਂ ਲੁੱਟੀ ਆ, ਫਰੇਮ ਕਰਕੇ ਲੁੱਟੀ ਆ। ਮੈਂ ਸਰਦਾਰ ਭਗਵੰਤ ਸਿੰਘ ਮਾਨ ਜੀ ਮੀਡੀਆ ਦੇ ਜ਼ਰੀਏ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਇਹ ਬੇਨਤੀ ਕਰੂੰਗਾ ਕਿ ਸਰਦਾਰ ਭਗਵੰਤ ਸਿੰਘ ਮਾਨ ਜੀ, ਮੈਂ ਇੱਕ NRI ਹਾਂ, ਤੁਸੀਂ ਕਹਿ ਰਹੇ ਜੇ ਕਿ NRI ਆਣ ਕੇ ਪੰਜਾਬ ਵਿੱਚ ਇਨਵੈਸਟ ਕਰਨ, ਤੇ ਜੇ ਇੱਕ NRI ਦਾ ਇਹੋ ਹਾਲ ਹੋਣਾ, ਇਸ ਤੋਂ ਬਾਅਦ ਹੋਰ NRI ਕਿਹੜਾ ਇੱਥੇ ਆਊਗਾ? ਪਲੀਜ਼ ਮੈਨੂੰ ਇਨਸਾਫ ਦਿਵਾਇਆ ਜਾਵੇ। DGP ਪੰਜਾਬ ਨੂੰ ਵੀ ਕਹੂੰਗਾ, ADP ਜਿਹੜਾ NRI ਵਿੰਗ ਦੇ ਮਿਸਟਰ ਸਿਨਹਾ ਦੀ, ਪ੍ਰਵੀਨ ਸਿਨਹਾ ਜੀ ਆ, ਉਹਨਾਂ ਨੂੰ ਮੈਂ ਮੀਡੀਆ ਥਰੂ ਬੇਨਤੀ ਕਰਦਾ ਕਿ ਪਲੀਜ਼ ਮੈਨੂੰ ਇਨਸਾਫ ਦਿਵਾਓ। ਮੇਰੇ ਨਾਲ ਜੋ ਧੋਖਾ ਹੋ ਰਿਹਾ ਉਹਦੇ ਹਰ ਇੱਕ ਚੀਜ਼ ਦਾ ਸਬੂਤ ਆ। ਮੈਨੇ ਸਾਡੇ ਇੱਥੇ ਅੰਮ੍ਰਿਤਸਰ ਵਿੱਚ ਦਵਿੰਦਰ ਸਿੰਘ ਜੀ CA ਆ, ਉਹਨਾਂ ਨੂੰ ਹਾਇਰ ਕਰਕੇ ਉਹਨਾਂ ਨੇ ਸਾਰੀ ਰਿਪੋਰਟ ਬਣਾਈ ਆ, ਇੱਕ ਚੀਜ਼ ਆ, ਕਿਹੜੇ ਚੈੱਕ ਤੋਂ ਕਿਹੜੀ ਡੇਟ ਨੂੰ ਕਿੰਨੇ ਪੈਸੇ ਗਏ ਆ, ਉਹ ਹਰ ਇੱਕ ਦੀ ਡਿਟੇਲ ਮੇਰੇ ਕੋਲ ਆ। ਇਹਦੇ ਵਿੱਚ ਕੋਈ ਇੱਕ ਗਲਤ ਪੇਪਰ ਨਹੀਂ ਹੈਗਾ। ਪਰ ਕਦੀ ਇਹਦੀ ਅਮਾਉਂਟ ਬਹੁਤ ਜ਼ਿਆਦਾ ਹੈ। ਸਤਿ ਸ਼੍ਰੀ ਅਕਾਲ, ਮੇਰਾ ਨਾਮ ਪ੍ਰਭਪ੍ਰੀਤ ਸਿੰਘ ਚੱਡਾ ਤੇ ਮੈਂ ਅੰਮ੍ਰਿਤਸਰ ਸ਼ਹਿਰ ਦਾ ਵਾਸੀ ਹਾਂ ਅਤੇ ਮੇਰਾ ਹੋਟਲਾਂ ਅਤੇ ਹੋਰ ਕਾਰੋਬਾਰ ਨੇ। ਸਰਦਾਰ ਬਲਜਿੰਦਰ ਸਿੰਘ ਜੀ ਜੋ ਕਿ ਇੱਕ NRI ਨੇ ਤੇ ਨਾਰਵੇ ਤੋਂ ਨੇ, ਠੀਕ ਹੈ ਨਾ, ਉਹ ਮੇਰੇ ਤੇ ਕਨਸਟੈਂਟਲੀ ਮੈਨੂੰ ਹਰਾਸ ਕਰ ਰਿਹਾ ਤੇ ਮੇਰੇ ਤੇ ਪ੍ਰੈਸ਼ਰ ਪਾ ਰਿਹਾ ਤੇ ਮੇਰੀ ਫੈਮਿਲੀ ਦਾ ਪ੍ਰੈਸ਼ਰ ਪਾ ਰਿਹਾ ਬਾਈ ਪੁਟਿੰਗ ਫਾਲਸ ਐਂਡ ਫ੍ਰਿਵਲਸ ਸੂਟਸ ਇਨ ਐਂਡ ਅਗੇਂਸਟ ਮਾਈ ਫੈਮਿਲੀ, ਠੀਕ ਹੈ ਨਾ, ਸਪੈਸ਼ਲੀ ਮਾਈ grandmother who is 85 years old and my brother who is studying abroad, ਠੀਕ ਹੈ ਨਾ, that we have done some fraud with them. ਬਲਜਿੰਦਰ ਸਿੰਘ is a director। ਮੇਰਾ ਸਵਾਲ ਹੈ ਕਿ NRI ਬਲਜਿੰਦਰ ਸਿੰਘ ਹਰਾਂ ਨੇ ਇਲਜ਼ਾਮ ਲਾਇਆ ਕਿ ਤੁਹਾਡੇ ਨਾਲ 11 ਸਾਲ ਪਾਰਟਨਰਸ਼ਿਪ ਰਹੇ ਨੇ, ਇਸ ਵਿੱਚ ਤੁਸੀਂ 6 ਕਰੋੜ ਦੀ ਠੱਗੀ ਮਾਰੀ ਹੈ। ਸਰ ਸਭ ਤੋਂ ਪਹਿਲਾਂ ਮੈਂ ਇੱਕ ਗੱਲ ਦੱਸਣੀ ਚਾਹਾਂਗਾ ਸਰ, ਸਰਦਾਰ ਬਲਜਿੰਦਰ ਸਿੰਘ ਜੀ ਹੁਣਾਂ ਨੇ ਆਪਣਾ ਸਾਡੇ ਨਾਲ ਹੰਬਲ ਹਸਪੀਟੈਲਿਟੀ ਪੰਜਾਬ ਪ੍ਰਾਈਵੇਟ ਲਿਮਟਿਡ ਦੀ ਇੱਕ ਹਸਪੀਟੈਲਿਟੀ ਯੂਨਿਟ ਦੇ ਅੰਦਰ ਜ਼ਰੂਰ ਪੈਸਾ ਲਾਇਆ, ਪਰ ਉਹ ਪੈਸਾ 6 ਕਰੋੜ ਨਹੀਂ ਹੈ ਸਰ, ਉਹ ਫਿਗਰ ਹੋਰ ਹੈ ਸਰ। ਉਹ ਫਿਗਰ ਜੋ ਵੀ ਹੈ ਉਹਨਾਂ ਦੀ ਬੈਲੈਂਸ ਸ਼ੀਟ ਦੇ ਅੰਦਰ ਸ਼ੋਅ ਕਰਦੀ ਆ ਤੇ ਹਜੇ ਫਿਲਹਾਲ ਪੁਲਿਸ ਇਨਵੈਸਟੀਗੇਸ਼ਨ ਦਾ ਪਾਰਟ ਹੈ। ਸਾਡੀ ਪਾਰਟਨਰਸ਼ਿਪ ਸਨ 2012 'ਚ ਸਟਾਰਟ ਹੋਈ ਹੈ ਸਰ, ਤੇ ਸਰਦਾਰ ਬਲਜਿੰਦਰ ਸਿੰਘ ਵਾਜ਼ ਵਨ ਆਫ ਦਾ ਫਿਊ ਪ੍ਰਮੋਟਰ ਡਾਇਰੈਕਟਰ ਸਰ। ਉਹ ਇਨੀਸ਼ੀਅਲ ਡਾਇਰੈਕਟਰ ਸੀਗੇ ਕੰਪਨੀ ਦੇ। ਇੱਥੇ ਤੱਕ ਕਿ ਮੈਂ ਕਹਿਣੀ ਚਾਹਾਂਗਾ ਕਿ ਜੇ ਉਹ ਕਹਿੰਦੇ ਆ ਕਿ ਪ੍ਰਭਪ੍ਰੀਤ ਸਿੰਘ ਚੱਡਾ ਨੇ ਉਹਨਾਂ ਨਾਲ ਫਰਾਡ ਕੀਤਾ, ਤੇ ਪ੍ਰਭਪ੍ਰੀਤ ਸਿੰਘ ਚੱਡਾ ਤੋਂ ਪਹਿਲਾਂ ਇਸ ਕੰਪਨੀ ਦਾ ਪਾਰਟਨਰ ਡਾਇਰੈਕਟਰ ਹਿੱਸੇਦਾਰ ਉਹ ਸੀਗੇ ਸਰ, ਤੇ ਉਹਨਾਂ ਦੇ ਸਿਗਨੇਚਰਾਂ ਥੱਲੇ ਮੈਂ ਇਸ ਕੰਪਨੀ ਦੇ ਅੰਦਰ ਪਾਰਟਨਰ ਤੇ ਡਾਇਰੈਕਟਰ ਬਣਿਆ। ਸਰਦਾਰ ਬਲਜਿੰਦਰ ਸਿੰਘ ਜੀ ਨੇ ਮੇਰਾ ਡਾਇਰੈਕਟਰਸ਼ਿਪ ਫਾਰਮ ਸਾਈਨ ਕੀਤਾ ਸੀਗਾ ਕਿ ਵੀ ਇਹ ਬੰਦੇ ਨੂੰ ਐਜ਼ ਅ ਕੰਪਨੀ ਦੇ ਡਾਇਰੈਕਟਰ ਲੈ ਲਿਆ ਜਾਵੇ। ਮੈਂ ਕਹਿਣਾ ਜੇ ਅਸੀਂ ਫਰਦਰ ਵੀ ਲੁੱਕ ਫਾਰਵਰਡ ਕਰੀਏ ਕਿ ਵੀ ਇਹਨਾਂ ਨੇ ਪੈਸੇ ਲਾਏ ਤੇ ਇਹਨਾਂ ਨਾਲ ਪੈਸਿਆਂ ਦਾ ਫਰਾਡ ਹੋਇਆ, ਤੇ ਇਹ ਸਰ ਜਿਹੜਾ ਹਸਪੀਟੈਲਿਟੀ ਯੂਨਿਟ ਹੈ ਪਿਛਲੇ 11 ਸਾਲਾਂ ਤੋਂ ਚੱਲ ਰਿਹਾ ਹੈ ਸਰ। 11 ਸਾਲ ਪਹਿਲਾਂ ਇਹਨਾਂ ਨੇ ਇਨਵੈਸਟਮੈਂਟ ਕੀਤੀ ਸੀ, ਜੋ ਵੀ ਇਨਵੈਸਟਮੈਂਟ ਕੀਤੀ ਸੀ, ਤੇ ਪਿਛਲੇ 11 ਸਾਲਾਂ ਦੇ ਅੰਦਰ ਇਹਨਾਂ ਨੇ ਕਰੋੜਾਂ ਰੁਪਈਆ in terms of remuneration, director remuneration, in terms of personal expenses ਇਸ ਕੰਪਨੀ ਤੋਂ ਵਿਡਰਾਅ ਕੀਤਾ ਹੈ ਸਰ, ਜਿਨ੍ਹਾਂ ਦੀ ਇੱਕ ਚੀਜ਼ ਦੀ ਡਿਟੇਲ ਪਈ ਆ। ਜੇ 11 ਸਾਲ ਤੋਂ ਇਹਨਾਂ ਨਾਲ ਫਰਾਡ ਹੋ ਰਿਹਾ ਹੈ ਤੇ ਇਹਦਾ ਇਹ ਮਤਲਬ ਹੈ ਕਿ ਇਹ 11 ਸਾਲ ਤੋਂ ਚੁੱਪ ਚਪੀਤੇ ਬੈਠ ਕੇ ਫਰਾਡ ਦੀ ਕਮਾਈ ਖਾ ਰਹੇ ਸੀ, ਤੇ ਜਿਹੜੀ ਇਨਵੈਸਟਮੈਂਟ ਇਹਨਾਂ ਨੇ 2012 'ਚ ਕੀਤੀ ਹੈ ਉਹ ਉਹਨਾਂ ਨੂੰ 2023 'ਚ ਜਾ ਕੇ ਯਾਦ ਆਇਆ ਕਿ ਮੇਰੇ ਨਾਲ ਫਰਾਡ ਹੋਇਆ, ਤੇ 11 ਸਾਲ ਵਾਲੀ ਫਰਾਡ ਦੀ ਕਮਾਈ ਖਾਂਦੇ ਰਹੇ ਆ ਸਰ। ਪਲੀਜ਼ ਸਰ ਉਹਨਾਂ ਨੇ ਕਿਹਾ ਕਿ ਜਿਹੜੀ ਮੈਂ ਬੈਂਕ ਥਰੂ ਵਾਈਟ ਮਨੀ ਲਿੱਤੀ ਹੈ, ਸਾਰਾ ਕੁਝ ਦਿੱਤਾ 6 ਕਰੋੜ ਰੁਪਇਆ, ਪਰ ਉਹ ਵੀ ਦਿਖਾਣ ਮੈਨੂੰ ਕਿ ਮੈਨੂੰ 6 ਕਰੋੜ ਰਿਟਰਨ ਕਿਵੇਂ ਦਿੱਤਾ ਨੇ ਬੈਂਕ ਥਰੂ, ਜਿਹੜਾ ਮੈਂ ਪੈਸੇ ਤੁਹਾਨੂੰ ਦਿੱਤੇ ਆ, ਤੇ ਉਹ ਵੀ ਦੱਸਣ ਕਿ ਕਿਹੜੇ ਰਿਕਾਰਡ ਦੇ ਵਿੱਚ ਉਹਨਾਂ ਨੇ ਮੈਨੂੰ ਵਾਪਸ ਕੀਤੇ ਪੈਸੇ ਬੈਂਕ ਥਰੂ। ਸਰ ਦੇਖੋ ਸਰ, ਕੋਈ ਵੀ ਕੰਪਨੀ ਹੈ ਸਰ, ਜੇ ਉਹਦੇ ਅੰਦਰ ਪ੍ਰੋਫਿਟ ਐਂਡ ਲਾਸ ਸਟੇਟਮੈਂਟ ਬਣਦੀਆਂ, ਸਭ ਕੁਝ ਹੁੰਦਾ, ਤੇ ਹਰ ਕੋਈ ਡਾਇਰੈਕਟਰ ਆਪਣੀ ਜਾਂ ਸੈਲਰੀ ਲੈਂਦਾ ਜਾਂ ਤੇ ਪਾਰਟ ਆਫ ਪ੍ਰੋਫਿਟਸ ਲੈਂਦਾ ਅਕੋਰਡਿੰਗ ਟੂ ਹਿਸ ਪਰਸੈਂਟੇਜ। ਜੋ ਵੀ ਉਹਨਾਂ ਦੇ ਐਸੋਸੀਏਟ ਪ੍ਰੋਫਿਟ ਉਹਨਾਂ ਦੀ ਇਨਵੈਸਟਮੈਂਟ ਨਾਲ ਬਣਦੇ ਸੀ, ਉਹਨਾਂ ਨੇ 11 ਸਾਲ ਸਾਡੇ ਕੋਲ ਲਏ ਆ। ਉਹਦਾ ਇੱਕ ਵੋਚਰ ਇਹਨਾਂ ਦਾ ਸਾਈਨਡ ਹੈ, ਇੱਕ ਪੇਮੈਂਟ ਦਾ ਸੈਲਰੀ ਮਿਲੀ ਹੈ, ਪਰਸੈਂਟੇਜ ਨਹੀਂ ਮਿਲੀ ਜਿਹੜੀ ਓਨਰ ਪਾਰਟਨਰਸ਼ਿਪ ਹੋਣੀ ਚਾਹੀਦੀ ਹੈ। ਹਾਂਜੀ ਜੀ, ਜਿਹੜੀ ਪਾਰਟਨਰਸ਼ਿਪ ਦੀ ਪਰਸੈਂਟੇਜ ਮਿਲਣੀ ਚਾਹੀਦੀ ਹੈ ਉਹ ਨਹੀਂ ਮਿਲੀ, ਸੈਲਰੀ ਮਿਲੀ ਸਰ। ਜੇ ਸੈਲਰੀ ਹੀ ਮਿਲ ਰਹੀ ਸੀ ਤੇ ਸੈਲਰੀ ਤੋਂ ਬਿਯੋਂਡ ਸੈਲਰੀ ਤੇ ਉਹਨਾਂ ਦੀ ਵੀ ਪਈ ਹੈ ਤੇ ਮੇਰੀ ਵੀ ਪਈ ਹੈ ਕੰਪਨੀ ਦੇ ਅੰਦਰ, ਉਸ ਤੋਂ ਬਿਯੋਂਡ ਜਿਹੜਾ ਉਹ ਖਰਚਾ ਲੈ ਰਹੇ ਸੀ, ਫਿਰ ਉਹ ਕਿਹੜੀ ਕਪੈਸਿਟੀ 'ਚ ਲੈ ਰਹੇ ਸੀ? ਜੇ ਪਾਰਟਨਰ ਨਾ ਹੁੰਦੀ ਕਪੈਸਿਟੀ 'ਚ ਉਹ ਖਰਚਾ ਲੈ ਰਹੇ ਸੀ ਸਰ। ਐਲਸੀਐਸ ਸੈਲਰੀ ਸਰ, ਹਰ ਕੋਈ ਸਰ ਆਪਣਾ ਸਰ ਪਰਸਨਲ ਸ਼ੇਅਰ ਆਫ ਆਪਣਾ ਐਕਸਪੈਂਸਿਸ ਪਾਉਂਦਾ ਹੈ ਸਰ।
ਤੇ ਆਪਣਾ ਉਹਨਾਂ ਨੇ ਆਪਣੇ ਪਰਸਨਲ ਸ਼ੇਅਰ ਆਫ ਐਕਸਪੈਂਸਿਸ ਪਾਏ ਆ, ਜਿੱਦਾਂ ਕਿ ਆਪਣਾ ਡੀਜ਼ਲ ਦੇ ਖਰਚੇ ਹੋ ਗਏ, ਲੈਫਟ ਰਾਈਟ ਹੋ ਗਏ, ਆਪਣੇ ਘਰ ਦੇ ਖਰਚੇ ਹੋ ਗਏ, ਆਪਣੀ ਘਰ ਦੀਆਂ ਸੈਲਰੀਜ਼ ਹੋ ਗਈਆਂ, plus additional cash expenses that he was withdrawing from the company on month basis। ਜਦੋਂ ਉਹ ਐਦਾਂ ਕਰ ਰਹੇ ਸੀ ਤੁਸੀਂ ਉਦੋਂ ਨਹੀਂ ਇਤਰਾਜ਼ ਕੀਤਾ? ਸਰ ਉਦੋਂ ਇਸ ਲਈ ਨਹੀਂ ਇਤਰਾਜ਼ ਕੀਤਾ ਕਿ ਵੀ ਸਰ ਉਹਨਾਂ ਦੀ ਇਨਵੈਸਟਮੈਂਟ ਹੈਗੀ ਹੈ ਸਰ ਇਸ ਦਾ ਹੋਟਲ ਦੇ ਅੰਦਰ, ਤੇ ਜੇ ਕਿਸੇ ਦੀ ਇਨਵੈਸਟਮੈਂਟ ਹੈ ਤੇ ਉਹ ਆਪਣੇ ਇਨਵੈਸਟਮੈਂਟ ਦੇ ਪ੍ਰੋਪੋਰਸ਼ਨੇਟਲੀ ਜੇ ਕੰਪਨੀ ਨੂੰ ਪ੍ਰੋਫਿਟ ਹੋ ਰਿਹਾ ਤੇ ਵਿੱਚੋਂ ਡਿਰਾਈਵ ਕਰੇਗਾ। ਮੈਂ ਇੱਕ ਵਾਰੀ ਜ਼ਰੂਰ ਇਤਰਾਜ਼ ਕੀਤਾ ਸੀਗਾ ਸਰ ਕਿ ਵੀ ਜਦੋਂ ਇਹ ਕਰੰਟ ਲਾਇਬਿਲਿਟੀਜ਼ ਨਹੀਂ ਸੀ ਤਾਰ ਰਹੇ ਤੇ ਪਰਸਨਲ ਐਕਸਪੈਂਸਿਸ ਦੀ ਕੰਪਨੀ ਦੇ ਪੈਸੇ ਆਪਣੇ ਹਿੱਸੇ ਨਾਲੋਂ ਵਧੇਰੇ ਕਢਾਈ ਜਾ ਰਹੇ ਸੀ ਸਰ, ਉਦੋਂ ਮੈਂ ਜ਼ਰੂਰ ਇਤਰਾਜ਼ ਕੀਤਾ ਸੀਗਾ ਸਰ। ਕੁਝ ਮੈਰਿਜ ਦੀ ਗੱਲ ਤੁਸੀਂ ਕੀਤੀ, ਮੈਰਿਜ ਹੋਈ ਸੀ ਇੱਥੇ? ਮੈਂ ਇੱਥੇ ਤੱਕ ਇਹ ਵੀ ਗੱਲ ਦੱਸਣੀ ਚਾਹਾਂਗਾ ਕਿ 11 ਸਾਲ ਪਹਿਲਾਂ ਇਹਨਾਂ ਨਾਲ ਫਰਾਡ ਹੋਇਆ ਸੀ ਤੇ 11 ਸਾਲ ਪਹਿਲਾਂ ਫਰਾਡ ਦੀ ਪ੍ਰਾਪਰਟੀ ਬਣਾ ਕੇ ਉਹ ਫਰਾਡ ਦੀ ਪ੍ਰਾਪਰਟੀ ਦੇ ਅੰਦਰ ਇਹਨਾਂ ਨੇ ਆਪਣੇ ਬੇਟੇ ਦੇ ਇੱਕ ਫੰਕਸ਼ਨ ਕੀਤਾ ਵਿਆਹ ਦਾ, ਕਿ ਉਹ ਵਿਆਹ ਵੀ ਆਪਣਾ ਮਤਲਬ ਕਿ ਵੀ ਉਹ ਵੀ ਫਰਾਡ ਸੀਗਾ। ਤੇ ਜੇ ਫਰਾਡ ਹੀ ਹੋਇਆ ਸੀ ਤੇ ਇੱਥੇ ਆ ਕੇ ਆਪਣੇ ਬੇਟੇ ਦੇ ਵਿਆਹ ਦੇ ਫੰਕਸ਼ਨ ਜ਼ਰੂਰ ਕਰਦੇ ਸੀ ਉਹ। ਪਰ ਸਰ ਜਿਹੜੇ 10 ਮਹੀਨਿਆਂ ਤੋਂ ਇਨਕੁਆਇਰੀ ਚੱਲ ਰਹੀ ਹੈ, ਉਹ ਕਹਿੰਦੇ ਜਿਹੜੇ ਸਿਨਹਾ ਜਿਹੜੇ ਵੀ ਆਫੀਸਰ ਹੈਗੇ ਇਸ ਇਨਕੁਆਇਰੀ ਦੇ ਵਿੱਚ ਉਹ ਤੁਹਾਡੇ ਰਿਲੇਟਿਵ ਦੇ ਵਿੱਚ ਹੈਗੇ, ਤਾਂ ਕਰਕੇ ਦਬਾਅ ਕਰਕੇ ਕੇਸ ਨਹੀਂ ਹੋ ਰਿਹਾ ਔਰ 10 ਮਹੀਨੇ ਤੋਂ ਇਨਕੁਆਇਰੀ ਚੱਲ ਰਹੀ ਹੈ। ਸਰ ਪਰਸਨਲੀ ਸਪੀਕਿੰਗ ਸਰ, ਅਸੀਂ ਕਿਸੇ ਵੀ ਸਰ ਸੀਨੀਅਰ ਆਫੀਸਰ ਦੇ ਜਾਂ ਆਫੀਸ਼ੀਅਲ ਦੇ ਕਦੇ ਵੀ ਕੋਈ ਆਪਣਾ ਇਨ ਟੱਚ ਨਹੀਂ ਆਏ ਸਰ, ਨਾ ਹੀ ਅਸੀਂ ਇਨ ਟੱਚ ਹੈਗੇ ਆ ਸਰ। ਹੋਰ ਦੋਸ਼ ਲਾਇਆ ਕਿ ਤੇ ਸਾਨੂੰ ਘੱਟੋ ਘੱਟ ਪੁਲਿਸ ਮਹਿਕਮੇ ਨੇ ਬੜੀ ਵਾਰੀ ਇਸ ਇਨਵੈਸਟੀਗੇਸ਼ਨ ਦੇ ਅੰਦਰ ਬੁਲਾਇਆ ਹੈ ਤੇ ਅਸੀਂ NRI ਆਫਿਸਿਸ, NRI ਸੈੱਲ ਦੇ ਆਫਿਸਿਸ ਆਪਣਾ ਉਹਦੇ ਥਾਣਿਆਂ 'ਚ ਵਿਜ਼ਿਟ ਕੀਤਾ ਹੈ। ਜੋ ਵੀ ਐਸੋਸੀਏਟਡ ਸਾਡੇ ਕੋਲ ਐਵੀਡੈਂਸਿਸ ਮੰਗਾਏ ਗਏ ਸੀ ਅਸੀਂ ਐਵੀਡੈਂਸਿਸ ਪ੍ਰੋਵਾਈਡ ਕੀਤੇ, ਉਹਨਾਂ ਨੂੰ ਆਪਣੀਆਂ ਸਟੇਟਮੈਂਟਸ ਪ੍ਰੋਵਾਈਡ ਕੀਤੀਆਂ ਤੇ ਵਿਲ ਡਿਊ ਕੋਰਸ ਲਾਅ ਵਿਲ ਟੇਕ ਇਟਸ ਓਨ ਟਾਈਮ। ਜੇ ਇਹ ਇਨਵੈਸਟੀਗੇਸ਼ਨਸ ਨਹੀਂ ਹੋ ਰਹੀਆਂ ਹੁੰਦੀਆਂ ਤੇ ਬਟਾਲੇ ਵਾਲੀ ਇਨਵੈਸਟੀਗੇਸ਼ਨ ਵੀ ਇਹਨਾਂ ਦੀ ਫਾਈਨਲ ਹੋਈ ਹੈ ਨਾ ਸਰ। ਬਟਾਲੇ ਵੀ ਤੇ ਇਹਨਾਂ ਨੇ ਹੀ ਜਾ ਕੇ ਆਪਣਾ ਕੰਪਲੇਂਟ ਫਾਈਲ ਕੀਤੀ ਸੀ, ਹਾਈ ਕੋਰਟ 'ਚ ਵੀ ਜਾ ਕੇ ਇਹਨਾਂ ਨੇ ਹੀ ਕੰਪਲੇਂਟ ਫਾਈਲ ਕੀਤੀ ਤੇ ਹਾਈ ਕੋਰਟ ਨੇ ਇਹਨਾਂ ਨੂੰ ਅਜੇ ਤੱਕ ਗ੍ਰਾਂਟ ਕੋਈ ਰਿਲੀਫ ਕਿਉਂ ਨਹੀਂ ਕੀਤਾ? ਸਾਰਾ ਕੰਪਲੇਂਟ ਦਾ ਕੀ ਦਰਜ ਹੈ ਸਰ ਉੱਥੇ ਨੋ ਕੋਗਨੀਸੇਬਲ ਆਫੈਂਸ ਲੈ ਕੇ ਪੁਲਿਸ ਦਾਖਲ ਦਫ਼ਤਰ ਕਰਦੀ ਸੀ। ਤੇ ਜੋ ਤੁਹਾਡੇ ਤੇ ਇਲਜ਼ਾਮ ਲਾਏਗੇ ਤੁਸੀਂ ਉਹਨਾਂ ਦੀ ਸਫਾਈ 'ਚ ਜਾਂ ਕੀ ਕਹਿਣਾ ਚਾਹੋਗੇ ਅੱਗੇ ਤੁਹਾਡਾ ਸਟ੍ਰੈਟਜੀ ਕੀ ਰਹੂ, ਕੀ ਰਣਨੀਤੀ ਰਹੂ? ਕਿਉਂਕਿ ਇੱਕ ਕੱਢਾ ਪਰਿਵਾਰ, ਇੱਕ ਰਿਕਰੂਟਡ ਫੈਮਿਲੀ ਹੈ ਅੰਮ੍ਰਿਤਸਰ ਦੀ, ਬੜੇ ਵੱਡੇ ਇਲਜ਼ਾਮ ਲਾਏ ਗਏ ਤੁਹਾਡੇ ਐਕਸ ਫਾਦਰ ਵੱਲੋਂ, ਤਾਂ ਤੁਸੀਂ ਉਹਦੀ ਸਫਾਈ 'ਚ ਕੀ ਕਹਿਣਾ ਚਾਹੋਗੇ ਜਾਂ ਅੱਗੇ ਕਿਸ ਤਰ੍ਹਾਂ ਫੇਸ ਕਰੋਗੇ ਇਹਨਾਂ ਬਲੇਮਸ ਨੂੰ? ਸਰ ਦੇਖੋ ਸਰ, ਜਿੱਥੇ ਤੱਕ ਕਿ ਇਹ ਹੋਟਲ ਦੇ ਬਿਜ਼ਨਸ ਦਾ ਆਪਣਾ ਸਿਲਸਿਲਾ ਹੈ ਸਰ, ਤੇ ਹੋਟਲ ਦੇ ਬਿਜ਼ਨਸ ਦੇ ਅੰਦਰ ਐਜ਼ ਮੈਂ ਤੁਹਾਨੂੰ ਸਟਾਰਟਿੰਗ 'ਚ ਦੱਸਿਆ ਕਿ ਇਨੀਸ਼ੀਅਲ ਡਾਇਰੈਕਟਰ, ਇਨੀਸ਼ੀਅਲ ਪ੍ਰਮੋਟਰ ਇਹ ਸੀ ਸਰ, ਤੇ ਇਹਨਾਂ ਦੇ ਸਿਗਨੇਚਰਾਂ ਥੱਲੇ ਮੈਂ ਪਾਰਟਨਰ ਬਣਿਆ। ਤੇ ਜਦੋਂ ਕੋਈ ਬੰਦਾ ਤੁਹਾਨੂੰ ਪਾਰਟਨਰ ਬਣਾ ਰਿਹਾ ਤੇ ਉਹਦੇ ਨਾਲ ਉਹ ਆਲਰੇਡੀ ਬਿਜ਼ਨਸ ਰਨ ਕਰ ਰਿਹਾ, ਤੁਸੀਂ ਉਸ ਬੰਦੇ ਨਾਲ ਕਿਸ ਤਰੀਕੇ ਨਾਲ ਧੋਖਾ ਕਰ ਸਕਦੇ ਹੋ? ਜਾਂ ਉਹ ਉਸ ਬੰਦੇ ਦੀ ਬਿਜ਼ਨਸ ਦੀ ਸਕਸੈਸ ਜਾਂ ਫੇਲੀਅਰ ਉਸ ਬੰਦੇ ਦੀ ਗਲਤੀ ਕਿੱਦਾਂ? ਜੇ ਕਿਸੇ ਬੰਦੇ ਦੀ ਗਲਤੀ ਹੈ ਜਾਂ ਕਿਸੇ ਦੀ ਇਨੀਸ਼ੀਏਸ਼ਨ ਹੈ ਜਾਂ ਕਿਸੇ ਥੱਲੇ ਮੈਂ ਇਨੀਸ਼ੀਏਟ ਹੋ ਕੇ ਕੰਪਨੀ ਅੰਦਰ ਆਇਆ, ਉਹ ਤੇ ਆਪ ਸਰਦਾਰ ਬਲਜਿੰਦਰ ਸਿੰਘ ਜੀ ਨੇ। ਤੇ ਸੈਕੰਡ ਆਫ ਆਲ, ਜੇ ਮੇਰੇ ਫਾਦਰ ਸਾਹਿਬ ਨੇ ਉਹਨਾਂ ਨੂੰ ਕਨਵਿੰਸ ਕੀਤਾ ਕਿ ਇੰਡੀਆ ਦੇ ਅੰਦਰ ਇਕੱਲੇ ਸੇਵਾ ਦੀ ਭਾਵਨਾ ਨਾਲ ਆਏ ਸੀ ਤੇ ਸੇਵਾ ਕਰਨ ਆਏ ਸੀ, ਤੇ ਮੇਰੀ ਫਾਦਰ ਸਾਹਿਬ ਨੇ ਉਹਨਾਂ ਨੂੰ ਕਨਵਿੰਸ ਕੀਤਾ ਬਿਜ਼ਨਸ ਕਰਨ ਨੂੰ। ਇਹਨਾਂ ਨੇ ਈਕੋ ਸਟੇ ਨਾਮ ਦਾ ਹੋਟਲ ਬੱਸ ਸਟੈਂਡ ਜਾ ਕੇ ਖੋਲਿਆ ਸੀਗਾ ਸਰ, ਕਿਸੇ ਆਪਣਾ ਫੀਮੇਲ ਦੇ ਨਾਲ ਸਰ। ਉਹ ਹੋਟਲ ਇਹਨਾਂ ਨੇ ਉੱਥੇ ਕਰੋੜਾਂ ਰੁਪਏ ਇਨਵੈਸਟ ਕੀਤੇ, ਕੁਝ ਹੀ ਸਮੇਂ ਦੇ ਅੰਦਰ, ਬਹੁਤ ਥੋੜੇ ਸਮੇਂ ਦੇ ਅੰਦਰ ਇਹਨਾਂ ਨੂੰ ਉੱਥੇ ਕਰੋੜਾਂ ਦਾ ਨੁਕਸਾਨ ਹੋ ਗਿਆ। ਇਹਨਾਂ ਦੀ ਕਈ ਇਮੋਰਲ ਹਰਕਤਾਂ ਕਰਕੇ, ਨਾਨ ਇਕਨੋਮਿਕ ਵਾਈਜ਼ ਡਿਸੀਜਨਸ ਕਰਕੇ ਉਹ ਹੋਟਲ ਬੰਦ ਹੋ ਗਿਆ। ਕਿ ਉਸ ਘਾਟੇ ਦਾ ਜ਼ਿੰਮੇਵਾਰ ਵੀ ਮੈਂ ਹਾਂ ਸਰ ਤੇ ਮੇਰੀ ਫੈਮਿਲੀ ਹੈ ਸਰ, ਜਦੋਂ ਕਿ ਸਾਡਾ ਉਸ ਪ੍ਰੋਜੈਕਟ ਨਾਲ ਕੋਈ ਲੈਣਾ ਦੇਣਾ ਨਹੀਂ। ਇਸ ਤੋਂ ਇਲਾਵਾ ਮੈਂ ਇੱਥੇ ਇਹ ਵੀ ਗੱਲ ਦੱਸਣੀ ਚਾਹਾਂਗਾ ਕਿ ਅੰਮ੍ਰਿਤਸਰ ਵੈਸੇ ਇਸਲਾਮਾਬਾਦ ਏਰੀਏ ਦੇ ਅੰਦਰ ਉਹਨਾਂ ਨੇ ਐਕਸਾਈਜ਼ ਮਹਿਕਮੇ ਤੋਂ ਸ਼ਰਾਬ ਦਾ ਸਰਕਲ ਪਿਛਲੇ ਸਾਲ ਲੈ ਕੇ ਚਲਾਇਆ ਸੀ ਸਰ, ਉਹਦੇ ਅੰਦਰ ਵੀ ਇਹਨਾਂ ਨੂੰ ਕਰੋੜਾਂ ਰੁਪਏ ਦੇ ਘਾਟੇ ਹੋ ਗਏ ਸਰ। ਇੱਥੇ ਤੱਕ ਕਿ ਇਹਨਾਂ ਨੇ ਮਾਲ ਮਹਿਕਮੇ ਦੀ ਐਕਸਾਈਜ਼ ਦੀ ਅੱਜ ਤੱਕ ਉੱਥੇ ਫੀਸ ਤੱਕ ਨਹੀਂ ਦਿੱਤੀ। ਇਹਨਾਂ ਨੂੰ ਅੱਜ ਤੱਕ ਨੋਟਿਸਿਸ ਆਉਂਦੇ ਆ ਮਾਲ ਮਹਿਕਮੇ ਤੋਂ, ਇਹਨਾਂ ਦੇ ਬੈਂਕ ਅਕਾਊਂਟਸ ਉਹਨਾਂ ਨੇ ਫਰੀਜ਼ ਕੀਤੇ, ਅਟੈਚ ਕੀਤੇ ਹੋਏ ਆ। ਕਿ ਉੱਥੇ ਵੀ ਗਲਤੀ ਸਾਡੀ ਹੈ ਸਰ, ਸਾਡਾ ਉਸ ਬਿਜ਼ਨਸ ਨਾਲ ਵੀ ਕੋਈ ਲੈਣਾ ਦੇਣਾ ਨਹੀਂ। ਸਾਡਾ ਜਿਹੜਾ ਪਾਰਟ ਅਸੀਂ ਸਾਹਮਣੇ ਦਾ ਲੈ ਕੇ ਆਉਣਾ ਚਾਹੁੰਦੇ ਆ ਦੈਟ ਹੀ ਇਜ਼ ਅ ਹੈਬਿਚੁਅਲ ਐਂਡ ਅ ਕ੍ਰੋਨਿਕ ਲਾਸ ਮੇਕਰ ਸਰ। ਇਹਨਾਂ ਦੀ ਆਦਤ ਹੈ ਇਹੋ ਜਿਹੇ ਪ੍ਰੋਜੈਕਟਸ ਦੇ ਅੰਦਰ ਇਨਵੈਸਟ ਕਰਨਾ ਤੇ ਪ੍ਰੋਜੈਕਟਸ ਨੂੰ ਮਿਸਮੈਨੇਜ ਕਰਨਾ ਅਲਟੀਮੇਟਲੀ, ਕਿ ਉਹ ਅਲਟੀਮੇਟਲੀ ਲਾਸ ਮੇਕਿੰਗ ਆਪਣਾ ਐਵਨਿਊਜ਼ ਬਣ ਜਾਣ ਸਰ। 11 ਸਾਲ ਦੀ ਤੁਹਾਡੀ ਸਾਂਝ ਰਹੀ, ਤੁਸੀਂ ਇਹਨਾਂ ਦਿਨਾਂ 'ਚ ਕਦੇ ਕੋਸ਼ਿਸ਼ ਨਹੀਂ ਕੀਤੀ ਕਿ ਟੇਬਲ ਤੇ ਬੈਠ ਕੇ ਸਾਰੇ ਡਾਕੂਮੈਂਟਸ ਅੱਗੇ ਰੱਖ ਕੇ ਸਰ, ਜਦੋਂ ਤੱਕ ਕੋਵਿਡ-19 ਦੇ ਇਫੈਕਟਸ ਤੋਂ ਪਹਿਲਾਂ ਅਤੇ ਜਦੋਂ ਇਹਨੇ ਵੇਖਿਆ, ਕਦੇ ਵੀ ਇਹਨਾਂ ਵੱਲੋਂ ਸਾਨੂੰ ਕੋਈ ਪ੍ਰੋਬਲਮ ਨਹੀਂ ਸੀ ਕ੍ਰੀਏਟ ਕੀਤੀ ਗਈ, ਕਦੇ ਇਹਨਾਂ ਵੱਲੋਂ ਕੋਈ ਕੰਪਲੇਂਟ ਨਹੀਂ ਆਈ ਸਰ। ਇੱਕ ਇਸ ਹੋਟਲ ਦਾ ਕਾਰਜ ਉਹਨਾਂ ਨੇ ਆਪਣੇ ਹੱਥੀਂ ਕੀਤਾ। ਜਿੰਨੇ ਸਟਾਫ ਫੰਕਸ਼ਨ ਹੁੰਦੇ ਸੀ, ਜਿੰਨੀ ਸਟਾਫ ਅਪਾਇੰਟਮੈਂਟ ਹੁੰਦੀ ਸੀ, ਕਿਸੇ ਨੂੰ ਕੱਢਣਾ, ਕਿਸੇ ਨੂੰ ਰੱਖਣਾ, ਠੀਕ ਹੈ ਨਾ, ਕਿਸੇ ਨੂੰ ਇੰਕਰੀਮੈਂਟ ਦੇਣਾ,
ਕਿਸੇ ਨੂੰ ਆਪਣਾ ਅਵਾਰਡ ਕਰਨਾ, ਕੋਈ ਹੋਟਲ ਦਾ ਖਰਚਾ ਕਰਨਾ, ਇੱਕ ਇੱਕ ਰੈਵਨਿਊ ਚੈੱਕ ਕਰਨਾ, ਬੈਂਕ ਦੇ ਅੰਦਰ ਇੱਕ ਇੱਕ ਚੈੱਕ ਸਾਈਨ ਕਰਨਾ, ਇਹ ਆਪਣੇ ਹੱਥੀਂ ਕਰਦੇ ਸੀ ਸਰ। ਤੇ ਫਿਰ ਇਹ 11 ਸਾਲ ਦੇ ਅੰਦਰ ਇਹਨਾਂ ਨੂੰ ਕੋਈ ਪ੍ਰੋਬਲਮ ਸੀ ਤੇ ਇਹ ਕੰਮ ਇਹਨਾਂ ਨੇ ਕੋਵਿਡ-19 ਤੋਂ ਪਹਿਲਾਂ ਕਿਉਂ ਨਹੀਂ ਬੰਦ ਕਰ ਦਿੱਤਾ? ਤੁਸੀਂ ਇੱਕ ਵਾਰ ਫਿਰ ਕੋਈ ਉਹਨਾਂ ਨੂੰ ਕਰੋਗੇ ਇਨਵਾਈਟ ਕਿ ਆ ਕੇ ਟੇਬਲ ਤੇ ਬਹਿ ਕੇ ਗੱਲ ਕਰਨੀ ਜਾਂ ਤੁਹਾਡੇ ਨਾਲ ਔਨ ਬਿਹਾਫ ਆਫ ਡਾਕੂਮੈਂਟਸ ਗੱਲ ਕਰਨੀ ਰਿਕਾਰਡ ਦੇ ਬਿਹਾਫ ਤੇ? ਮੈਂ ਇਹ ਜ਼ਰੂਰ ਗੱਲ ਕਰਾਂਗਾ ਸਰ ਕਿ ਵੀ ਮੇਰੇ ਨਾਲ ਆਣ ਬਹਿਣ, ਆਪਣੇ ਡਾਕੂਮੈਂਟਸ ਮਿਲਣ, ਮੇਰੇ ਡਾਕੂਮੈਂਟਸ ਮਿਲਣ, ਠੀਕ ਹੈ ਨਾ। ਤੇ ਆਮ ਪ੍ਰੀਟੀ ਸ਼ੋਰ ਆਉਣ ਵਾਲੇ ਸਮੇਂ ਦੇ ਅੰਦਰ ਸਭ ਕੁਝ ਸਾਰਿਆਂ ਦੇ ਸਾਹਮਣੇ ਸਾਰਾ ਸੱਚ ਆ ਜਾਏਗਾ ਸਰ।